प्रोग्राम यूएसए टाइम्स ਵਿੱਚ बहुत बहुत स्वागत। दोस्तों हाज़र हाँ ਅੱਜ ਦੀਆਂ ਅਮਰੀਕਾ ਦੀਆਂ ਕੁਝ ਗੱਲਾਂ-ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅਮਰੀਕਾ ਦੇ ਵਿੱਚ ਦੋਸਤੋ ਲਗਾਤਾਰ ਜਿਹੜੀ ਚਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ ਆ ਉਹ ਰਾਸ਼ਟਰਪਤੀ ਚੋਣਾਂ ਦੇ ਲਈ ਹੋਣੀ ਆ ਤੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜਿਹੜੀਆਂ ਦੋਵਾਂ ਪਾਰਟੀਆਂ ਦੇ ਲਈ ਕੈਂਡੀਡੇਟ ਖੜੇ ਨੇ ਆਪਣੇ ਆਪ ਨੂੰ ਉਸ ਜਿਹੜਾ ਪਦ ਦਾ ਉਮੀਦਵਾਰ ਬਣਾਉਣ ਦੇ ਲਈ ਉਹਨਾਂ ਬਾਰੇ ਚਰਚਾ ਲਗਾਤਾਰ ਚੱਲਦੀ ਆ। ਆਪਾਂ ਰੋਜ਼ਾਨਾ ਹੀ ਕਿਸੇ ਨਾ ਕਿਸੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਰਹਾਂਗੇ ਔਰ ਆਪਾਂ ਕਰਦੇ ਵੀ ਆ ਕਿ ਕਿਹੜੇ ਜਿਹੜੇ ਵੱਖਰੇ ਪਾਰਟੀਆਂ ਦੇ ਉਮੀਦਵਾਰ ਆ। ਹੁਣ ਇੱਕ ਖਬਰ ਜਿਹੜੀ ਇਸ ਵੇਲੇ ਚੱਲ ਰਹੀ ਆ ਖਾਸ ਤੌਰ ਦੇ ਉੱਤੇ ਰਿਪਬਲਿਕਨ ਦੌੜ ਦੇ ਵਿੱਚ ਇੱਕ ਬਿਜ਼ਨਸਮੈਨ ਐਂਟਰਪ੍ਰੇਨਿਓਰ ਨੇ ਵਿਵੇਕ ਰਾਮਾਸਵਾਮੀ ਦਾ ਜ਼ਿਕਰ ਕਾਫੀ ਆ ਰਿਹਾ ਤੇ ਕਹਿੰਦੇ ਇਹ ਹਾਲਾਂਕਿ ਵਿਵੇਕ ਰਾਮਾਸਵਾਮੀ ਨੂੰ ਕੋਈ ਇੰਨਾ ਸੰਜੀਦਾ ਰੂਪ ਦੇ ਵਿੱਚ ਸਮਝਦਾ ਨਹੀਂ ਵੀ ਇਹ ਉਸ ਕਿਸਮ ਦੀ ਕੋਈ ਗੱਲਬਾਤ ਹੋ ਸਕਦੀ ਆ ਜਾਂ ਜਿਹੜੀ ਉਸ ਕਿਸਮ ਦੇ ਉਮੀਦਵਾਰ ਹੋ ਸਕਦੇ ਆ ਪਰ ਫਿਰ ਵੀ ਕੁਝ ਥਾਵਾਂ ਦੇ ਉੱਤੇ ਜਿਹੜਾ ਇਹਨਾਂ ਨੂੰ ਮੰਨਿਆ ਗਿਆ ਆ ਤੇ ਕਈ ਜਿਹੜੀਆਂ ਖਬਰਾਂ ਆ ਰਹੀਆਂ ਕਿ ਇਹਨਾਂ ਦੀ ਪਪੂਲੈਰਿਟੀ ਵਧ ਰਹੀ ਆ ਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਦੇ ਬਰਾਬਰ ਪਹੁੰਚ ਗਈ ਆ ਇਹਨਾਂ ਦੀ ਪਪੂਲੈਰਿਟੀ ਵਿਵੇਕ ਰਾਮਾਸਵਾਮੀ ਦੀ। ਤੇ ਰੌਨ ਡਿਸੈਂਟਸ ਜਿਹੜੇ ਕਿ ਡੋਨਲਡ ਟਰੰਪ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਮੰਨੇ ਜਾਂਦੇ ਆ। ਅਮਰੀਕਨ ਐਂਟਰਪ੍ਰੇਨਿਓਰ ਨੇ ਇਹ 2024 ਦੀ ਰਿਪਬਲਿਕਨ ਪਾਰਟੀ ਦੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀਜ਼ ਆ ਉਹਦੇ ਲਈ ਉਮੀਦਵਾਰ ਆ ਤੇ ਜਿਹੜੇ ਇਹ ਇੰਡੀਅਨ ਇਮੀਗ੍ਰੈਂਟਸ ਇਹਨਾਂ ਦੇ ਪੇਰੈਂਟਸ ਹੈਗੇ ਤਾਮਿਲਨਾਡੂ ਦੇ ਤੇ ਉੱਥੋਂ ਇੱਥੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਆ। ਕਾਫੀ ਇਹਨਾਂ ਦਾ ਨਾਂ ਆ ਇਹ ਲਾ ਸਕੂਲ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਆ ਤੇ ਕਾਫੀ ਇਹਨਾਂ ਦਾ ਇਸ ਖੇਤਰ ਦੇ ਵਿੱਚ ਨਾਂ ਹੈਗਾ ਆ। ਇਨਵਾਇਰਮੈਂਟਲ ਸੋਸ਼ਲ ਤੇ ਕਾਰਪੋਰੇਟ ਜਿਹੜੇ ਸੈਕਟਰ ਦੇ ਵਿੱਚ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਮੰਨਿਆ ਜਾਂਦਾ ਆ। ਡਿਸੈਂਟਸ 10% ਵੋਟਾਂ ਦੇ ਨਾਲ ਕਹਿੰਦੇ ਦੂਜੇ ਨੰਬਰ ਦੇ ਉੱਤੇ ਆ ਰਾਮਾਸਵਾਮੀ ਤੇ ਰੌਨ ਡਿਸੈਂਟਸ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ 56% ਦੇ ਨਾਲ ਪਹਿਲੇ ਨੰਬਰ ਦੇ ਉੱਤੇ ਆ ਤੇ ਜੂਨ ਦੇ ਵਿੱਚ ਟਰੰਪ 59% ਦੇ ਉੱਤੇ ਸੀ, ਰੌਨ ਡਿਸੈਂਟਸ 21% ਤੇ ਸੀ, ਮਾਈਕ ਪੈਂਸ 6% ਤੇ ਸੀ ਤੇ ਵਿਵੇਕ ਰਾਮਾਸਵਾਮੀ ਜਿੱਦਾਂ ਕਿ ਅਸੀਂ ਪਹਿਲਾਂ ਜਾਣਦੇ ਹੀ ਹਾਂ ਇਹ 2% ਦੇ ਉੱਤੇ ਸੀਗੇ। ਸੋ ਕਿੱਥੇ 56% ਤੇ ਕਿੱਥੇ 2%। ਪਰ ਜੇ 2% ਤੋਂ ਵੱਧ ਦੇ 10% ਦੇ ਉੱਤੇ ਆ ਗਏ ਆ ਤਾਂ ਕੁਦਰਤੀ ਤੌਰ ਤੇ ਇਹਨਾਂ ਦਾ ਨਾਂ ਚਰਚਾ ਦੇ ਵਿੱਚ ਆਉਣਾ ਲਾਜ਼ਮੀ ਆ। ਉਦੋਂ ਲੈ ਕੇ ਹੁਣ ਤੱਕ ਵਿਵੇਕ ਰਾਮਾਸਵਾਮੀ ਨੂੰ 8% ਦਾ ਫਾਇਦਾ ਹੋਇਆ। ਰੌਨ ਡਿਸੈਂਟਸ ਇਹ ਮਤਲਬ ਇੱਕ ਸਰਵੇ ਏਜੰਸੀ ਆ, ਇਹ ਕੋਈ ਇੱਦਾਂ ਨਹੀਂ ਹੈ ਕਿ ਕੋਈ ਅਫੀਸ਼ੀਅਲੀ ਡਾਟਾ ਆ। ਇੱਕ ਜਿਹੜੀ ਰੌਨ ਡਿਸੈਂਟਸ 11% ਤੇ ਜਿਹੜੇ ਟਰੰਪ ਤੇ ਪੈਂਸ ਨੂੰ 3% ਦਾ ਨੁਕਸਾਨ ਹੋਇਆ, ਉਹ ਥੋੜ੍ਹੇ ਜਿਹੇ ਥੱਲੇ ਨੂੰ ਵੀ ਆਏ ਆ। ਵਿਵੇਕ ਰਾਮਾਸਵਾਮੀ ਦੀ ਰੌਨ ਡਿਸੈਂਟਸ ਦੇ ਨਾਲ ਬਰਾਬਰੀ ਤੇ ਟਰੰਪ ਦੇ ਵਿਚਕਾਰ ਅੰਤਰ ਘਟਣ ਨਾਲ ਕਿਤੇ ਨਾ ਕਿਤੇ ਅਮਰੀਕਾ ਦੀ ਸਿਆਸਤ ਦੇ ਵਿੱਚ ਵਿਵੇਕ ਰਾਮਾਸਵਾਮੀ ਦਾ ਨਾਂ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਦੂਜੇ ਪਾਸੇ ਜਿਹੜੇ ਰਾਮਾਸਵਾਮੀ ਆ ਉਹਨਾਂ ਨੇ ਇਹ ਕਹਿ ਕੇ ਟਰੰਪ ਵਾਲੇ ਪਾਸੇ ਮੁਸੀਬਤ ਹੋਰ ਵਧਾ ਦਿੱਤੀ ਹੈ ਕਿ 2024 ਦੇ ਜਿਹੜੇ ਰਾਸ਼ਟਰਪਤੀ ਦੀ ਨੋਮੀਨੇਸ਼ਨ ਹਾਸਲ ਕਰਨ ਦੇ ਲਈ ਜੇ ਉਹ ਮਤਲਬ ਫੇਲ ਹੋ ਜਾਂਦੇ ਆ ਤਾਂ ਉਹ ਕਿਸੇ ਵੀ ਹੋਰ ਅਹੁਦੇ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਕਹਿੰਦੇ ਸਰਕਾਰ ਦੇ 2 ਜਾਂ 3 ਨੰਬਰ ਰਹਿਣ ਦੀ ਬਜਾਏ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਨਾ ਜ਼ਿਆਦਾ ਪਸੰਦ ਕਰਨਗੇ। ਸੋ ਦੇਖੋ ਕੀ ਇਹਦੇ ਵਿੱਚ ਬਣਦਾ ਹੈ। 2007 ਦੇ ਵਿੱਚ ਹੈਜ ਫੰਡ ਕੰਪਨੀ ਇਕੁਇਟੀ ਫਾਈਨੈਂਸ ਦੇ ਨਾਲ ਜੁੜੇ 2014 ਦੇ ਵਿੱਚ ਐਡਵਾਂਸ ਮੈਡੀਸਨ ਉੱਤੇ ਇਹਨਾਂ ਨੇ ਕੰਮ ਕਰਨ ਵਾਲੀ ਕੰਪਨੀ ਜਿਹੜੀ ਆ ਰੋਇਵੈਂਟ ਸਾਇੰਸ ਬਣਾਈ। 2015 ਦੇ ਵਿੱਚ ਰੋਇਵੈਂਟ ਦੀ ਜਿਹੜੀ ਸਬਸਿਡਰੀ ਕੰਪਨੀ ਆ ਅਮਰੀਕਨ ਜਿਹੜਾ ਫਾਰਮਾ ਖੇਤਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ IPO ਲੈ ਕੇ ਆਈ ਆ। ਜਿਹੜਾ ਪ੍ਰੋਸਟੇਟ ਕੈਂਸਰ ਤੇ ਜਿਹੜੇ ਹੋਰ ਓਵਰ ਐਕਟਿਵ ਬਲੈਡਰ ਦੀਆਂ ਕਈ ਦਵਾਈਆਂ ਇਹਨਾਂ ਦੀਆਂ ਸਫਲ ਰਹੀਆਂ। 2016 ਦੇ ਵਿੱਚ 40 ਸਾਲ ਤੋਂ ਵੀ ਘੱਟ ਉਮਰ ਦੇ ਐਂਟਰਪ੍ਰੇਨਿਓਰ ਫੋਰਬਸ ਲਿਸਟ ਦੇ ਵਿੱਚ ਸ਼ਾਮਲ ਹੋਏ। 2020 ਦੇ ਵਿੱਚ ਵਾਲ ਸਟਰੀਟ ਜਰਨਲ ਦੇ ਵਿੱਚ ਲੇਖ ਲਿਖਣ ਲੱਗੇ। 2021 ਦੇ ਵਿੱਚ ਜਿਹੜਾ ਰੋਇਵੈਂਟ ਦੇ CEO ਦਾ ਅਹੁਦਾ ਛੱਡ ਦਿੱਤਾ ਤੇ ਸੈਲਰ ਬੁੱਕ ਫੋਕ ਇੰਕ ਅਤੇ ਜਿਹੜੀ ਨੇਸ਼ਨ ਆਫ ਵਿਕਟ ਲਿਖੀ ਜਿਹੜੀ ਕਿਤਾਬ ਲਿਖੀ। ਇਹਦੇ ਤੋਂ ਬਾਅਦ ਕਾਫੀ ਜਿਹੜੀਆਂ ਇਹਨਾਂ ਦਾ ਇਸ ਖੇਤਰ ਦੇ ਵਿੱਚ ਹੁਣ ਇਸ ਵੇਲੇ ਚਰਚਾ ਹੋ ਰਿਹਾ ਹੈ। ਇਹਨਾਂ ਦਾ ਚਰਚਾ ਤਾਂ ਹੋ ਰਿਹਾ ਨਾਲ ਹੁਣ ਸਾਰੀ ਗੱਲਬਾਤ ਦੂਜੇ ਪਾਸੇ ਵੀ ਚੱਲ ਰਹੀ ਆ ਕਿ ਬਾਕੀ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਵਿੱਚ ਇਸ ਵੇਲੇ ਕੀ ਸਥਿਤੀ ਹੈ। 12 ਦੇ ਕਰੀਬ ਇਸ ਵੇਲੇ ਰਿਪਬਲਿਕਨ ਕੈਂਡੀਡੇਟ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਚੁਣਿਆ ਜਾਣਾ ਤੇ ਜਿਹੜਾ ਬਹੁਤੀ ਚਰਚਾ ਡੋਨਲਡ ਟਰੰਪ ਦੀ ਆ। ਪਰ ਕਿਤੇ ਨਾ ਕਿਤੇ ਇਹ ਦੂਜੇ ਪਾਸੇ ਪ੍ਰੈਜ਼ੀਡੈਂਟ ਬਾਈਡਨ ਨੇ ਹੁਣ ਜਿਹੜੇ ਉਹਨਾਂ ਦੇ ਵਿੱਚ 3 ਨੇ ਇਸ ਵੇਲੇ ਜਿਹੜੇ ਟੋਟਲ ਉਧਰਲੇ ਪਾਸਿਓਂ ਖੜੇ ਆ। ਡੋਨਲਡ ਟਰੰਪ ਇਸ ਵੇਲੇ ਮਤਲਬ ਸਭ ਤੋਂ ਵੱਧ ਚਰਚਾ ਦੇ ਵਿੱਚ ਆ ਭਾਵੇਂ ਕਈ ਤਰ੍ਹਾਂ ਦੀ ਇੰਡਿਕਟਮੈਂਟ ਹੋਈ ਆ ਪਰ ਉਮੀਦਵਾਰ ਦੇ ਵਜੋਂ ਉਹਨਾਂ ਦਾ ਨਾਂ ਸਭ ਤੋਂ ਸਟਰੋਂਗ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਕਿ ਇਹ ਹੋ ਸਕਦਾ। ਦੂਜੇ ਪਾਸੇ ਪ੍ਰੈਜ਼ੀਡੈਂਟ ਬਾਈਡਨ ਦਾ ਨਾਂ ਚਰਚਾ ਦੇ ਵਿੱਚ ਆ।
ਕਈ ਮਹੀਨੇ ਜਦੋਂ ਉਹ ਕਹਿੰਦੇ ਰਹੇ ਕਿ ਉਹਨਾਂ ਦੀ ਇੰਟੈਂਸ਼ਨ ਹੈਗੀ ਆ ਰਨ ਕਰਨ ਦੀ, ਤੇ ਉਹਨਾਂ ਨੇ ਅਪ੍ਰੈਲ ਦੇ ਵਿੱਚ 25 ਅਪ੍ਰੈਲ ਨੂੰ ਇਹ ਕਹਿ ਦਿੱਤਾ ਸੀ, ਵੀਡੀਓ 'ਚ ਡਿਕਲੇਅਰ ਕਰ ਦਿੱਤਾ ਸੀ ਕਿ ਜਿਹੜਾ ਉਹਨਾਂ ਨੇ ਜੋ ਕੁਝ ਕਿਹਾ ਸੀ ਉਸ ਵੇਲੇ ਕਿ ਲੈਟਸ ਫਿਨਿਸ਼ ਦ ਜੌਬ। ਜਦੋਂ ਉਹ ਕਹਿੰਦੇ ਮੈਂ 4 ਸਾਲ ਪਹਿਲਾਂ ਪ੍ਰੈਜ਼ੀਡੈਂਟ ਦੇ ਲਈ ਰਨ ਕੀਤਾ ਸੀ ਤੇ ਉਸ ਵੇਲੇ ਤੋਂ ਲੈ ਕੇ ਹੁਣ ਦੇ ਵਿੱਚ ਮੈਂ ਉਸੇ ਆਪਣੇ ਏਜੰਡੇ ਦੇ ਉੱਤੇ ਖੜਾ ਆ। ਤੇ ਹੁਣ ਦੇਖੋ ਇਧਰਲੇ ਪਾਸੇ ਇਹ ਆਉਂਦੇ ਆ ਜਾਂ ਕੀ ਗੱਲਬਾਤ ਹੁੰਦੀ ਆ, ਪਰ ਸੰਭਾਵੀ ਉਮੀਦਵਾਰ ਇਹ ਇਸ ਵੇਲੇ ਮਿਸਟਰ ਬਾਈਡਨ ਜਿਹੜੇ ਨੇ ਉਹ ਮੰਨੇ ਜਾ ਰਹੇ ਆ। ਤੇ ਡੋਨਲਡ ਟਰੰਪ ਇੱਕ ਪਾਸੇ, ਦੂਜੇ ਪਾਸੇ ਹੁਣ ਦੇ ਰਾਸ਼ਟਰਪਤੀ ਜੋ ਬਾਈਡਨ ਦੂਜੀ ਪਾਰਟੀ ਵੱਲੋਂ, ਇਹਨਾਂ ਦਾ ਨਾਂ ਲਗਭਗ ਜਿਹੜਾ ਕਹਿ ਲਓ ਕਿ ਜਿਹੜੇ ਪੋਲੀਟੀਕਲ ਮਾਹਰ ਨੇ ਜਾਂ ਦੂਜੇ ਨੇ ਉਹ ਬੜਾ ਸਟਰੋਂਗ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਲੈਂਦੇ ਆ, ਭਾਵੇਂ ਕਿ ਜੋ ਕੁਛ ਇਹਦੇ ਪਾਸੇ ਡੋਨਲਡ ਟਰੰਪ ਦੇ ਨਾਲ ਹੋਇਆ। ਨਿੱਕੀ ਹੈਲੀ ਜਿਹੜੀ ਸਾਬਕਾ ਗਵਰਨਰ ਆ ਸਾਊਥ ਕੈਰੋਲੀਨਾ ਦੀ ਤੇ US ਅੰਬੈਸਡਰ ਯੂਨਾਈਟਿਡ ਨੇਸ਼ਨ ਦੇ ਵਿੱਚ ਰਹੀ ਆ। ਡੋਨਲਡ ਟਰੰਪ ਜਦੋਂ ਰਾਸ਼ਟਰਪਤੀ ਸੀ ਉਸ ਵੇਲੇ ਇਹ ਵੀ ਦੌੜ ਦੇ ਵਿੱਚ ਸ਼ਾਮਲ ਆ। ਇਹਨਾਂ ਦਾ ਨਾਮ ਵੀ ਇਸ ਵੇਲੇ ਪੂਰਾ ਚੰਗੀ ਤਰ੍ਹਾਂ ਚਰਚਾ ਦੇ ਵਿੱਚ ਆ ਕਿ ਇਹ ਵੀ ਕੁਛ ਨਾ ਕੁਛ ਕਰ ਸਕਦੇ ਔਰ ਬੜੇ ਸਟਰੋਂਗ ਤਰੀਕੇ ਦੇ ਨਾਲ ਸਾਹਮਣੇ ਆ ਰਹੇ ਆ। ਇੰਡੀਅਨ ਇਮੀਗ੍ਰੈਂਟਸ ਦੇ ਇਹ ਜਿਹੜੀ ਨਿੱਕੀ ਹੇਲੀ ਸਾਊਥ ਕੈਰੋਲੀਨਾ ਦੇ ਵਿੱਚ ਰਹੀ ਆ ਔਰ ਬੜਾ ਨਾਂ ਇਹਨਾਂ ਦਾ ਪੋਲੀਟੀਕਲ ਖੇਤਰ ਦੇ ਵਿੱਚ ਰਿਹਾ ਆ। ਲੈਰੀ ਐਲਗਰ ਦਾ ਨਾਂ ਕਾਫੀ ਚਰਚਾ ਦੇ ਵਿੱਚ ਹੈ। ਕੰਜ਼ਰਵੇਟਿਵ ਟਾਕ ਰੇਡੀਓ ਹੋਸਟ ਨੇ ਇਹ ਲੈਰੀ ਐਲਡਰ, ਤੇ ਇਹ ਵੀ ਇਸ ਵੇਲੇ ਕੈਂਡੀਡੇਟ ਨੇ। ਔਰ ਤੁਹਾਨੂੰ ਯਾਦ ਹੋਊਗਾ ਇਹ ਕੈਂਡੀਡੇਟ ਸੀਗੇ ਕੈਲੀਫੋਰਨੀਆ ਦੇ ਵਿੱਚ 2021 ਦੇ ਵਿੱਚ ਜਦੋਂ ਰੀਕਾਲ ਐਫਰਟ ਹੋਇਆ ਸੀ। ਰੀਕਾਲ ਐਫਰਟ ਫੇਲ ਹੋ ਗਿਆ ਸੀ ਤੇ ਗਵਰਨਰ ਗੈਵਨ ਨਿਊਸਨ ਜਿਹੜੇ ਆ ਉਹ ਆਪਣੀ ਪੋਸਟ ਦੇ ਉੱਤੇ ਰਹੇ ਸੀਗੇ, ਪਰ ਐਲਡਰ ਨੂੰ ਬਹੁਤ ਸਾਰੀਆਂ ਵੋਟਾਂ ਮਿਲੀਆਂ ਸੀ, ਲਗਭਗ 3.6 ਮਿਲੀਅਨ ਵੋਟਸ, ਤੇ ਕਿਤੇ ਨਾ ਕਿਤੇ ਵੀ ਆਪਣਾ ਹੱਥ ਅਜਮਾ ਰਹੇ ਆ। ਐਸਾ ਹੈਸਟਨ ਸਾਬਕਾ ਗਵਰਨਰ ਨੇ ਅਰਕੈਨਸਸ ਦੇ ਸਾਬਕਾ ਗਵਰਨਰ, ਚੌਥੇ ਰਿਪਬਲਿਕਨ ਇਹਦੇ ਵਿੱਚ ਹੈਗੇ ਆ ਜਿਹੜੇ ਅਨਾਊਂਸਮੈਂਟ ਕੀਤੀ ਸੀ ਇਹਨਾਂ ਨੇ ਅਪ੍ਰੈਲ 2 ਨੂੰ। 72 ਸਾਲ ਇਹਨਾਂ ਦੀ ਉਮਰ ਦਾ, 2 ਟਰਮ ਗਵਰਨਰ ਰਹਿ ਚੁੱਕੇ ਆ, 15 ਦੇ ਵਿੱਚ ਤੇ 23 ਦੇ ਵਿੱਚ, ਤੇ ਸਾਬਕਾ ਕਾਂਗਰਸਮੈਨ ਨੇ। ਸੋ ਇਹਨਾਂ ਦਾ ਨਾਮ ਵੀ ਕਾਫੀ ਚਰਚਾ ਦੇ ਵਿੱਚ। ਟਿਮ ਸਕਾਟ ਅਗਲਾ ਨਾਂ ਆ ਇਸ ਮਾਮਲੇ ਵਿੱਚ, ਸੈਨੇਟਰ ਨੇ ਟਿਮ ਸਕਾਟ ਸਾਊਥ ਕੈਰੋਲੀਨਾ ਤੋਂ। ਤੇ ਪੋਲੀਟੀਕਲ ਫਿਊਚਰ ਇਹਨਾਂ ਦੇ ਬਾਰੇ ਇਹਨਾਂ ਨੇ ਸਪੈਕੂਲੇਸ਼ਨ ਖਤਮ ਕੀਤੀ ਸੀ ਤੇ ਆਪਣੀ ਸਟੇਟਮੈਂਟ ਕੈਂਡੀਡੇਟਸੀ ਫੈਡਰਲ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਦੱਸ ਦਿੱਤੀ ਸੀ। ਪਹਿਲਾਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਇਹਨਾਂ ਨੇ ਲਾਂਚ ਕਰ ਦਿੱਤੀ ਸੀ। ਸੋ ਇਹਨਾਂ ਦਾ ਨਾਮ ਵੀ ਕਾਫੀ ਚਰਚਾ ਦੇ ਵਿੱਚ ਆ। ਇਸੇ ਤਰ੍ਹਾਂ ਰੌਨ ਡਿਸੈਂਟਸ ਜਿਹਦਾ ਪਹਿਲਾਂ ਜ਼ਿਕਰ ਕੀਤਾ ਜਿਹੜੇ ਫਲੋਰੀਡਾ ਦੇ ਗਵਰਨਰ ਨੇ, ਉਹ ਸਭ ਤੋਂ ਵੱਧ ਚਰਚਾ ਦੇ ਵਿੱਚ ਨੇ ਡੋਨਲਡ ਟਰੰਪ ਤੋਂ ਬਾਅਦ। ਇਹਨਾਂ ਨੇ ਆਪਣਾ ਪੇਪਰ ਵਰਕ ਫਾਈਲ ਕਰ ਦਿੱਤਾ ਸੀ ਫੈਡਰਲ ਇਲੈਕਸ਼ਨ ਕਮਿਸ਼ਨ ਦੇ ਕੋਲ, ਤੇ ਹੁਣ ਇਹਨਾਂ ਦੇ ਬਾਰੇ ਵੀ ਜਿਹੜੀ ਇਹ ਗੱਲਬਾਤ ਆ ਐਸੇ ਤਰੀਕੇ ਦੇ ਨਾਲ ਚੱਲ ਰਹੀ ਹੈ। ਤੇ ਜਿਹੜੇ ਇਹਨਾਂ ਦੇ ਨਾਲ ਹੋਰ ਕੁਝ ਉਮੀਦਵਾਰ ਨੇ ਉਹਨਾਂ ਦੇ ਬਾਰੇ ਵੀ ਚਰਚਾ ਚੱਲ ਰਹੀ ਹੈ, ਹਾਲਾਂਕਿ ਕਿਸੇ ਬਾਰੇ ਵੱਧ ਕਿਸੇ ਬਾਰੇ ਘੱਟ, ਪਰ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਵੱਲੋਂ ਗੱਲਬਾਤ ਜਾਂਦੀ ਹੈ। ਮਾਈਕ ਪੈਂਸ ਸਾਬਕਾ ਵਾਈਸ ਪ੍ਰੈਜ਼ੀਡੈਂਟ ਤੇ ਇੰਡੀਆਨਾ ਦੇ ਗਵਰਨਰ, ਇਹਨਾਂ ਨੇ ਵੀ ਇਹ ਵੀ ਦੌੜ ਦੇ ਵਿੱਚ ਸ਼ਾਮਲ ਹੈ। ਮਾਈਕ ਪੈਂਸ ਦਾ ਨਾਂ ਬਹੁਤ ਚਰਚਾ ਦੇ ਵਿੱਚ ਆ, ਇਹ ਵੀ ਕਿਤੇ ਨਾ ਕਿਤੇ ਹੈਗੇ ਨੇ। ਫਿਰ ਕ੍ਰਿਸ ਕ੍ਰਿਸਟੀ ਨਿਊ ਜਰਜ਼ੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਇਹਨਾਂ ਨੇ ਸੈਕੰਡ ਜਿਹੜੀ ਆਪਣੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਜੂਨ 6 ਨੂੰ ਲਾਂਚ ਕਰ ਦਿੱਤੀ ਸੀ। ਇਹਨਾਂ ਦਾ ਨਾਮ ਵੀ ਇਸ ਵੇਲੇ ਇਸ ਚਰਚਾ ਦੇ ਵਿੱਚ ਸ਼ਾਮਲ ਆ। ਇਸੇ ਤਰ੍ਹਾਂ ਡਗ ਬੋਰਗਮ ਜਿਹੜੇ ਨੇ ਉਹ 2024 ਦੀ ਇਸ ਰੇਸ ਦੇ ਵਿੱਚ ਆਏ ਸੀ ਜੂਨ 7 ਨੂੰ, ਬਿਲਕੁਲ ਉਸੇ ਦਿਨ ਜਿਸ ਦਿਨ ਮਾਈਕ ਪੈਂਸ ਨੇ ਓਫੀਸ਼ੀਅਲੀ ਕੈਂਪੇਨ ਲਾਂਚ ਕੀਤੀ ਸੀ। ਸੋ ਇਹ ਵੀ ਇਸ ਵੇਲੇ ਚਰਚਾ ਦੇ ਵਿੱਚ ਨੇ। ਕਾਫੀ ਜਿਹੜੇ ਨਾਂ ਨੇ ਇਸ ਖੇਤਰ ਦੇ ਵਿੱਚ ਆ ਰਹੇ ਨੇ। ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਾਸੇ ਗੱਲਬਾਤ ਜਾਂਦੀ ਆ ਤੇ ਕੌਣ ਜਿੱਤਦਾ ਆ ਤੇ ਕਿਹੜੇ ਦੋ ਉਮੀਦਵਾਰ ਆਉਂਦੇ ਆ, ਦੋਵਾਂ ਪਾਰਟੀਆਂ ਦੇ ਇੱਕ ਉਮੀਦਵਾਰ, ਤੇ ਉਹਦੇ ਤੋਂ ਬਾਅਦ ਅਮਰੀਕਾ ਵਾਲੇ ਕਿਹਨੂੰ ਰਾਸ਼ਟਰਪਤੀ ਬਣਾਉਂਦੇ ਆ। ਇਹ ਹੁਣ ਜਿੰਨਾ ਚਿਰ ਇਹ ਸਾਰਾ ਕੁਝ ਰਹਿੰਦਾ ਇਲੈਕਸ਼ਨ ਤੱਕ, ਲਗਭਗ ਰੋਜ਼ ਹੀ ਕਿਸੇ ਨਾ ਕਿਸੇ ਉਮੀਦਵਾਰ ਬਾਰੇ ਜਿਹੜੀਆਂ ਇਹ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਰਹਿਣਗੀਆਂ ਤੇ ਨਾਲ ਅਪਡੇਟਸ ਜਿਹੜੇ ਆ ਤੁਹਾਡੇ ਨਾਲ ਅਸੀਂ ਜਿਹੜੇ ਆ ਉਹ ਸਾਂਝੇ ਇਸ ਮਾਮਲੇ ਦੇ ਵਿੱਚ ਪ੍ਰੈਜ਼ੀਡੈਂਟ ਇਲੈਕਸ਼ਨ ਬਾਰੇ ਸਮੇਂ ਦੇ ਉੱਤੇ ਕਰਦੇ ਰਵਾਂਗੇ। ਅਗਲੀ ਖਬਰ ਦੋਸਤੋ ਚਾਈਨਾ ਦੇ ਬਾਰੇ ਆ। ਚੀਨ ਨੇ ਕਾਫੀ ਜ਼ਿਆਦਾ ਆਪਣਾ ਨਾਂ ਥਾਂ ਬਣਾਇਆ, ਦੁਨੀਆ ਦੀ ਦੂਜੀ ਵੱਡੀ ਪਾਵਰ ਇਸ ਵੇਲੇ ਮੰਨਿਆ ਜਾਂਦਾ ਆ। ਇਸ ਵੇਲੇ ਉਹਨਾਂ ਦੇ ਕਹਿੰਦੇ ਮੰਦਾ ਚੱਲ ਰਿਹਾ ਚੀਨ ਦੇ ਵਿੱਚ, ਇੱਕ ਤਰੀਕੇ ਦੇ ਨਾਲ ਆਰਥਿਕ ਮੰਦਵਾੜੇ ਵੱਲ ਉਹ ਜਾ ਰਹੇ ਆ। ਬੜੇ ਦਹਾਕੇ ਉਹਨਾਂ ਨੇ ਬੜੀ ਸਟੈਡੀ ਗਰੋਥ ਕੀਤੀ ਤੇ ਹੌਲੀ ਹੌਲੀ ਮਤਲਬ ਉਹਨਾਂ ਦਾ ਕਿੰਨਾ ਟ੍ਰੇਡ ਦਾ ਵੋਲਿਊਮ ਹੋ ਗਿਆ,
ਕਿੱਦਾਂ ਉਹਨਾਂ ਨੇ ਆਪਣੀ ਪ੍ਰੋਡਕਟਿਵ ਪਾਪੂਲੇਸ਼ਨ ਐਕਸਪੈਂਡ ਕੀਤੀ। ਜਦੋਂ ਆ ਪ੍ਰੈਜ਼ੀਡੈਂਟ ਬਣਿਆ ਸ਼ੀ ਜਿਨਪਿੰਗ, ਤੇ ਜਦੋਂ ਇਹਨਾਂ ਨੇ ਬੀਜਿੰਗ ਦੀਆਂ ਜਿਹੜੀਆਂ ਜ਼ੀਰੋ ਕੋਵਿਡ ਪਾਲਿਸੀ ਸੀ ਦਸੰਬਰ ਦੇ ਵਿੱਚ ਉਹ ਚੱਕ ਦਿੱਤੀਆਂ, ਤੇ ਐਕਸਪਰਟਸ ਨੂੰ ਇਦਾਂ ਲੱਗਦਾ ਸੀ ਕਿ ਚੀਨ ਦੀ ਡਿਮਾਂਡ ਤੇ ਬਿਜ਼ਨਸ ਇਧਰਲੇ ਪਾਸੇ ਬਹੁਤ ਮਤਲਬ ਪਹਿਲਾਂ ਨਾਲੋਂ ਵੀ ਜ਼ਬਰਦਸਤ ਤਰੀਕੇ ਨਾਲ ਵੱਧ ਜਾਣਾ ਤੇ ਸਟਰੋਂਗ ਹੋ ਜਾਣਾ, ਤੇ ਦੁਨੀਆ ਦੀ ਇਕਨੋਮੀ ਜਿਹੜੀ ਆ ਉਹਦਾ ਅਸਰ ਚੀਨ ਦੇ ਖੁੱਲ੍ਹਣ ਦਾ ਦੁਨੀਆ ਦੀ ਇਕਨੋਮੀ ਦੇ ਉੱਤੇ ਪਊਗਾ। ਹੋਇਆ ਹੁਣ ਇਹਦੇ ਤੋਂ ਉਲਟ ਅਸਰ, ਤੇ ਹੁਣ ਵੀ ਪੈ ਰਿਹਾ ਦੁਨੀਆ ਦੀ ਇਕਨੋਮੀ ਦੇ ਉੱਤੇ ਚੀਨ ਦਾ, ਪਰ ਉਲਟਾ। ਕਿਉਂਕਿ ਚੀਨ ਜਿੱਦਾਂ ਸੋਚਦਾ ਸੀ, ਜਿੱਦਾਂ ਇਹਨਾਂ ਨੇ ਕੋਵਿਡ ਦੀਆਂ ਪਾਲਿਸੀ ਜ਼ੀਰੋ ਪਾਲਿਸੀ ਤੇ ਉਸ ਤੋਂ ਬਾਅਦ ਸਾਰਾ ਕੁਝ ਸ਼ੁਰੂ ਕੀਤਾ, ਲੋਕਾਂ ਨੇ ਉਧਰਲੇ ਪਾਸੇ ਉਸ ਤਰੀਕੇ ਨਾਲ ਦਿਲਚਸਪੀ ਦਿਖਾਈ ਨਹੀਂ। ਜਿਹੜੀ ਰਿਪਰਕਸ਼ਨ ਸੀ ਚਾਈਨਾ ਦੀ ਇਕਨੋਮਿਕ ਜਿਹੜਾ ਸਟੰਬਲਸ ਹੋਏ ਆ ਉੱਥੇ, ਉਹਦੇ ਨਾਲ ਸਾਰਾ ਕੁਝ ਉਲਟਾ ਹੋ ਗਿਆ। ਦੁਨੀਆ ਦੀ ਸੈਕੰਡ ਲਾਰਜੈਸਟ ਇਕਨੋਮੀ ਬਹੁਤ ਕਮਜ਼ੋਰ ਨਜ਼ਰ ਆ ਰਹੀ ਹੈ ਜਦੋਂ ਪੈਂਡੈਮਿਕ ਤੋਂ ਬਾਅਦ ਇਹ ਬਾਹਰ ਆਈ ਆ, ਔਰ ਜਿਹੜੀ ਟਰਬਲ ਆ ਇਸ ਹੱਦ ਤੱਕ ਵੱਧ ਗਈ ਆ ਕਿ ਇਸ ਮਹੀਨੇ ਜਿਹੜਾ ਟ੍ਰੈਜਰੀ ਸੈਕਟਰੀ ਨੇ ਜੈਨੀਅਲ ਯੈਲਨ, ਉਹਨਾਂ ਨੇ ਵਾਰਨਿੰਗ ਦਿੱਤੀ ਆ ਚੀਨ ਨੂੰ ਕਿ ਜਿਹੜਾ ਚੀਨ ਦੇ ਅਮਰੀਕਾ ਨੂੰ ਰਿਸਕ ਨੂੰ ਕਿ ਜਿਹੜੀ ਮਤਲਬ ਇਹਦੇ ਉੱਤੇ ਇੰਨਾ ਵੱਡਾ ਅਸਰ ਪੈ ਸਕਦਾ। ਚਾਈਨੀਜ਼ ਅਫੀਸ਼ੀਅਲਸ ਜਿਹੜੇ ਨੇ ਉਹਨਾਂ ਨੇ ਵਾਰਨ ਦਿੱਤੀ, ਐਕਸਪਰਟਸ ਉਹਨਾਂ ਦੇ, ਜਿਹੜੀ ਵੀ ਇਕਨੋਮੀ ਨੂੰ ਇੱਕ ਮਤਲਬ ਚਾਈਨੀਜ਼ ਅਫੀਸ਼ੀਅਲ ਕਹਿ ਰਿਹਾ ਕਿ ਤੁਸੀਂ ਇਹਨੂੰ ਨੈਗੇਟਿਵ ਪੇਂਟ ਨਾ ਕਰੋ, ਕਿ ਅਸਲ ਦੇ ਵਿੱਚ ਗੱਲਬਾਤ ਹੋਰ ਆ, ਪਰ ਡਾਟਾ ਦੱਸਦਾ ਹੈ ਕਿ ਉੱਥੇ ਸਥਿਤੀ ਖਰਾਬ ਆ, ਤੇ ਜੇ ਚੀਨ ਦੇ ਵਿੱਚ ਸਥਿਤੀ ਖਰਾਬ ਆ ਤਾਂ ਇਹਦਾ ਅਸਰ ਚੀਨ ਤੱਕ ਨਹੀਂ ਰਹਿਣਾ, ਇਹਦਾ ਅਸਰ ਦੁਨੀਆ ਦੇ ਉੱਤੇ ਪੈਣਾ ਆ ਚੀਨ ਦੀ ਵੀਕ ਇਕਨੋਮੀ ਦਾ। ਸੋ ਇਸ ਵੇਲੇ ਹੁਣ ਚੀਨ ਦੀ ਜਿਹੜੀ ਇੰਡਸਟਰੀਅਲ ਪ੍ਰੋਡਕਸ਼ਨ ਆ, ਰਿਟੇਲ ਸੇਲ ਆ, ਜਿਹੜੇ ਐਕਸਪਰਟਸ ਆ ਸਾਰੇ ਕਰ ਰਹੇ ਆ ਪਹਿਲਾਂ ਨਾਲੋਂ ਘੱਟ ਜਿੰਨੀ ਪੈਂਡੈਮਿਕ ਤੋਂ ਪਹਿਲਾਂ ਹੁੰਦੀ ਸੀ। ਤੇ ਇਹ ਰਿਪੋਰਟ ਇਹ ਦੱਸ ਰਹੀ ਆ। ਤੇ ਜਿਹੜੀ ਯੂਥ ਅਨਐਮਪਲੋਇਮੈਂਟ ਆ, ਬੇਰੁਜ਼ਗਾਰੀ ਆ, ਉੱਥੇ 21.3% ਦੇ ਉੱਤੇ ਜਿਹੜੀ ਆ ਉਹ ਇੱਕ ਤਰੀਕੇ ਦੇ ਨਾਲ ਪਹੁੰਚ ਗਈ ਆ, ਤੇ ਇਹਦਾ ਅਸਰ ਦੁਨੀਆ ਦੀ ਇਕਨੋਮੀ ਦੇ ਉੱਤੇ ਪੈ ਰਿਹਾ ਆ। ਹੁਣ ਅਸਲ ਦੇ ਵਿੱਚ ਟ੍ਰੇਡ ਕੋਲੈਪਸ ਕਰ ਰਿਹਾ, ਜਿਹੜਾ ਗਲੋਬਲ ਟ੍ਰੇਡ ਆ ਇਹ ਟਰਬਲ ਦੇ ਵਿੱਚ ਆ, ਕੱਲਾ ਚੀਨ ਹੀ ਨਹੀਂ ਪੂਰੀ ਦੁਨੀਆ ਹੀ। ਜਦੋਂ ਪੂਰੀ ਦੁਨੀਆ ਟਰਬਲ ਦੇ ਵਿੱਚ ਆ ਤਾਂ ਚੀਨ ਵੀ ਟਰਬਲ ਦੇ ਵਿੱਚ ਆ, ਤੇ ਚੀਨ ਕਿਉਂਕਿ ਇਕਨੋਮੀ ਬਹੁਤ ਵੱਡੀ ਹੈ ਇਸ ਕਰਕੇ ਇਹਦਾ ਅਸਰ ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਪੈਣਾ ਲਾਜ਼ਮੀ ਆ, ਤੇ ਉਹ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਹਿੰਦੇ ਬਹੁਤ ਬੁਰੀ ਤਰ੍ਹਾਂ ਪਊਗਾ। ਤੇ ਇਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਆਰਥਿਕ ਮੰਦਵਾੜੇ, ਹਾਊਸਿੰਗ ਕ੍ਰੈਸ਼ ਹੋ ਗਿਆ ਉੱਥੇ, ਮਤਲਬ ਜਿਹੜੀ ਡੋਮੈਸਟਿਕ ਡਿਮਾਂਡ ਆ ਚੀਨ ਦੇ ਵਿੱਚ ਬਹੁਤ ਵੀਕ ਹੋ ਗਈ ਆ, ਤੇ ਕੰਜ਼ਿਊਮਰ ਜਿਹੜੇ ਬਹੁਤ ਜ਼ਿਆਦਾ ਰਿਸਕ ਦੇ ਉੱਤੇ ਡੋਮੈਸਟਿਕ ਪ੍ਰੋਪਰਟੀ ਮਾਰਕੀਟ ਦੇ ਵਿੱਚ ਸਪੈਂਡ ਕਰ ਰਹੇ ਆ। ਸੋ ਇਹ ਕਿਤੇ ਨਾ ਕਿਤੇ ਉੱਥੇ ਇਸ ਚੀਜ਼ ਦਾ ਵੀ ਉਹਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ। ਚੀਨ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਸੋਚਿਆ ਸੀ ਕਿ ਅਸੀਂ ਸਾਰਾ ਕੁਝ ਖੋਲ੍ਹਣ ਤੋਂ ਬਾਅਦ ਪਹਿਲਾਂ ਨਾਲੋਂ ਵੀ ਜ਼ਬਰਦਸਤ ਤਰੀਕੇ ਨਾਲ ਉੱਪਰ ਉੱਠਾਂਗੇ, ਉਹ ਨਹੀਂ ਵਾਪਰਿਆ। ਸਾਰਾ ਕੁਝ ਉਹਦੇ ਤੋਂ ਵੀ ਮੰਦੇ ਵਾਲੇ ਪਾਸੇ ਨੂੰ ਚਲਿਆ ਗਿਆ। ਅਗਲੀ ਗੱਲਬਾਤ ਦੋਸਤੋ ਪੋਲਿਊਸ਼ਨ ਦੇ ਬਾਰੇ ਆ। ਜਿਹੜੇ ਸਵਾਲ ਇਹ ਪੈਦਾ ਹੁੰਦਾ ਦੁਨੀਆ ਦੇ ਵਿੱਚ ਕਿ ਪੋਲਿਊਸ਼ਨ ਬਹੁਤ ਆ, ਜਿਹੜੀ ਇਸ ਵੇਲੇ ਚਾਹੇ ਇੱਧਰ ਆਪਣੇ ਅਮਰੀਕਾ ਵਾਲੇ ਪਾਸੇ ਵਾਤਾਵਰਣ ਦੀ ਤਬਾਹੀ ਮਚਾਈ ਹੈ, ਚਾਹੇ ਕੈਨੇਡਾ ਵਾਲੇ ਪਾਸੇ, ਇਹਦੇ ਲਈ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਪੋਲਿਊਸ਼ਨ ਜ਼ਿੰਮੇਵਾਰ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪੋਲਿਊਸ਼ਨ ਕਰਦਾ ਕੌਣ ਆ, ਕੀ ਕਾਰਾਂ ਪੋਲਿਊਸ਼ਨ ਕਰਦੀਆਂ। ਇੱਕ ਅੰਕੜੇ ਸਾਹਮਣੇ ਆਇਆ ਕਿ ਵੱਧ ਪ੍ਰਦੂਸ਼ਣ ਕੌਣ ਕਰਦਾ, ਅਮੀਰ ਕਰਦੇ ਆ ਜਾਂ ਗਰੀਬ ਕਰਦੇ ਆ, ਤੇ ਉਹ ਕਹਿੰਦੇ ਸਭ ਤੋਂ ਵੱਧ ਪੋਲਿਊਸ਼ਨ ਅਮੀਰ ਕਰ ਰਹੇ ਆ। ਰਿਚੈਸਟ 10% ਅਮਰੀਕਾ ਦੇ ਹਾਊਸ ਹੋਲਡ ਰਿਸਪੌਂਸੀਬਲ ਨੇ 40% ਗ੍ਰੀਨ ਹਾਊਸ ਗੈਸ ਐਮਿਸ਼ਨ ਦੇ ਲਈ। ਅਮਰੀਕਾ ਦੇ ਜਿਹੜੇ ਸਭ ਤੋਂ ਅਮੀਰ 10% ਨੇ ਉਹ 40% ਪੋਲਿਊਸ਼ਨ ਕਰ ਰਹੇ ਆ। ਇਹ ਅੰਕੜੇ ਸਾਹਮਣੇ ਆਏ, ਜਿਵੇਂ ਗ੍ਰੀਨ ਹਾਊਸ ਗੈਸਿਸ ਐਮਿਟ ਕਰ ਰਹੇ ਆ। ਹੁਣ ਫੋਕਸ ਇਹ ਕਰਨ ਦੇ ਲਈ ਕਿ ਕੰਜ਼ੰਪਸ਼ਨ ਕਿੱਥੇ ਆ, ਜਿਹੜੀ ਟਰਾਂਸਪੋਰਟ, ਫੂਡ, ਐਨਰਜੀ ਯੂਜ਼, ਸਟੱਡੀ ਇਹ ਦੇਖ ਰਹੀ ਆ ਕਿ ਐਮਿਸ਼ਨ ਜਿਹੜਾ ਆ, ਜਿਹੜੀਆਂ ਗ੍ਰੀਨ ਹਾਊਸ ਗੈਸਿਸ ਐਮਿਟ ਹੋ ਰਹੀਆਂ, ਇਹਦਾ ਇਨਕਮ ਦੇ ਨਾਲ ਕੀ ਸੰਬੰਧ ਆ। ਤੇ ਜਿੰਨਾ ਕੋ ਅਮਰੀਕਾ ਦੇ ਵਿੱਚ ਤਕੜਾ ਬੰਦਾ ਹੈ, ਸਭ ਤੋਂ ਵੱਧ ਪੋਲਿਊਸ਼ਨ ਕਰ ਰਿਹਾ ਹੈ। ਇਹਦਾ ਇੱਕ ਸੰਬੰਧ ਤੇ ਆ ਵੀ ਹੁਣ ਫੈਕਟਰੀਆਂ ਤੇ ਤਕੜੇ ਦੀਆਂ ਹੋਣਗੀਆਂ ਨਾ, ਤੇ ਪੋਲਿਊਸ਼ਨ ਵੀ ਉਹੀ ਕਰੂਗਾ। ਫਾਇਦਾ ਤਾਂ ਭਾਵੇਂ ਸਾਰਿਆਂ ਨੂੰ ਹੋ ਰਿਹਾ ਉਸ ਚੀਜ਼ ਤੋਂ, ਤੇ ਪੋਲਿਊਸ਼ਨ ਵੀ, ਪਰ ਹੈ ਤੇ ਉਹਨਾਂ ਦਾ ਹੀ ਆ ਨਾ। ਇਹ ਜਿਹੜੇ 10% ਲੋਕ ਨੇ 40% ਪੋਲਿਊਸ਼ਨ ਕਰ ਰਹੇ ਆ। ਜਿਹੜਾ ਜਿੰਨਾ ਵੈਲਦੀ US ਹਾਊਸ ਹੋਲਡਸ ਨੇ ਉਹ ਜਿਹੜਾ ਇਹਦੇ ਤੋਂ ਹੁਣ ਐਮਿਸ਼ਨ ਤੋਂ ਬਿਗੈਸਟ ਜਿਹੜਾ ਫਾਇਦਾ ਉਹਨਾਂ ਨੂੰ ਹੋ ਰਿਹਾ ਆ, ਤੇ ਰਿਸਪੌਂਸੀਬਲ ਵੀ ਇਹਦੇ ਲਈ ਉਹੀ ਸਭ ਤੋਂ ਜ਼ਿਆਦਾ ਨੇ। ਇਹ ਇੱਕ ਸਟੱਡੀ ਦੇ ਵਿੱਚੋਂ ਗੱਲਬਾਤ ਸਾਹਮਣੇ ਆਈ ਆ। ਅਮਰੀਕਾ ਦੇ ਵਿੱਚ ਜਿਹੜੇ ਅਮੀਰ ਲੋਕ ਨੇ ਸਭ ਤੋਂ ਵੱਧ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਉਹ ਆ। ਸਟੱਡੀ ਪਬਲਿਸ਼ ਹੋਈ ਆ ਇਹ
ਪਲਸ ਕਲਾਈਮੇਟ ਜਰਨਲ ਦੇ ਵਿੱਚ ਜਿਹਨੇ ਡਾਟਾ ਜਿਹੜਾ ਐਮਿਸ਼ਨ ਦਾ ਜਨਰੇਟ ਕੀਤਾ ਉਹਨੂੰ ਕੀਤਾ ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਨੌਕਰੀਆਂ ਦੇਖੀਆਂ ਉਹਨਾਂ ਨੇ, ਰਿਟਾਇਰਮੈਂਟ, ਪੈਸਿਵ ਇਨਕਮ, ਇਨਵੈਸਟਮੈਂਟ ਦੇ ਵਿੱਚੋਂ ਜੋ ਕੁਛ ਕੀਤਾ ਉਹ ਸਾਰੇ ਕੁਛ ਤੋਂ ਬਾਅਦ ਉਹਨਾਂ ਨੇ ਐਨਾਲਾਈਜ਼ ਕਰਕੇ ਜਿਹੜੀਆਂ ਇਨਕਮਸ ਤੇ ਐਮਿਸ਼ਨਸ ਦੱਸਿਆ 5 ਮਿਲੀਅਨ ਲੋਕਾਂ ਦੇ 1990 ਤੋਂ ਲੈ ਕੇ 2019 ਤੱਕ, ਤੇ ਇਹਦੇ ਵਿੱਚ ਉਹਨਾਂ ਨੇ ਸਾਰਾ ਹਿਸਾਬ ਕਿਤਾਬ ਲਾ ਕੇ ਦੱਸਿਆ ਕਿ ਇਨਇਕੁਐਲਿਟੀ ਬਹੁਤ ਵੱਡੀ ਹੋਈ ਆ ਤੇ ਰਿਚੈਸਟ 1% ਜਿਹੜੇ ਹਾਊਸ ਹੋਲਡ ਨੇ ਉਹ 15 ਤੋਂ 17% ਐਮਿਸ਼ਨ ਦੇ ਲਈ ਜ਼ਿੰਮੇਵਾਰ ਆ। ਮਤਲਬ 1% ਲੋਕ ਤੇ 15 ਤੋਂ 17% ਇਹਦੇ ਲਈ ਉਹ ਜ਼ਿੰਮੇਵਾਰ ਦੱਸੇ ਜਾ ਰਹੇ ਆ। ਆਪਣੇ ਆਪ ਦੇ ਵਿੱਚ ਇੱਕ ਬਹੁਤ ਖਤਰਨਾਕ ਰਿਪੋਰਟ ਆ ਕਿ ਅਸਲ ਦੇ ਵਿੱਚ ਪੋਲਿਊਸ਼ਨ ਕੌਣ ਕਰ ਰਿਹਾ, ਜ਼ਿਆਦਾ ਕੌਣ ਕਰ ਰਿਹਾ, ਇਹਦਾ ਖਾਮਿਆਜ਼ਾ ਕਿਹਨੂੰ ਭੁਗਤਣਾ ਪੈ ਰਿਹਾ, ਕੀ ਜ਼ਿਆਦਾ ਪੋਲਿਊਸ਼ਨ ਜ਼ਰੂਰੀ ਆ, ਸਸਟੇਨੇਬਲ ਆ ਇਹ ਚੀਜ਼, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੀ ਛੱਡ ਕੇ ਜਾ ਰਹੇ ਹਾਂ ਅਸੀਂ। ਬਹੁਤ ਸਾਰੇ ਸਵਾਲ ਇਹਦੇ ਨਾਲ ਜੁੜਦੇ ਨੇ। ਦੋਸਤੋ ਅਗਲੀ ਖਬਰ, ਅਮਰੀਕਾ ਦੇ ਵਿੱਚ ਜਿਹੜਾ ਕੰਜ਼ਿਊਮਰਸ ਨੇ ਉਹਨਾਂ ਦੇ ਉੱਤੇ ਰਿਵੋਲਵਿੰਗ ਡੈਟ ਦਾ ਜਿਹੜੀ ਸਮੱਸਿਆ ਹੈ ਵੱਧਦੀ ਜਾ ਰਹੀ ਹੈ। ਜਿਹੜੇ ਕ੍ਰੈਡਿਟ ਕਾਰਡ ਦਾ ਕਰਜ਼ਾ ਆ ਅਮਰੀਕਨਸ ਦੇ ਉੱਤੇ ਵੱਧਦਾ ਜਾ ਰਿਹਾ ਕਿਉਂਕਿ ਜਿਹੜਾ ਪੈਸਾ ਪੈਂਡੈਮਿਕ ਦੇ ਵਿੱਚ ਲੋਕਾਂ ਨੇ ਮਾੜਾ ਮੋਟਾ ਜੋੜਿਆ ਸੀ ਖਰਚ ਹੋ ਗਿਆ, ਹੁਣ ਖਤਮ ਹੋ ਗਿਆ ਤੇ ਖਰਚੇ ਲੋਕਾਂ ਦੇ ਜ਼ਿਆਦਾ ਆ, ਮਹਿੰਗਾਈ ਜ਼ਿਆਦਾ ਆ ਤੇ ਲੋਕ ਹੁਣ ਉਧਰਲੇ ਪਾਸੇ ਨੂੰ ਲੋਕਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਕਿ ਕ੍ਰੈਡਿਟ ਕਾਰਡ ਦੀ ਵਰਤੋਂ ਵੱਧ ਗਈ ਹੈ। ਸੋ ਜਿਹੜੀ ਪਿਛਲੇ 2 ਸਾਲਾਂ ਦੇ ਵਿੱਚ ਕੰਜ਼ਿਊਮਰਸ ਜਿਹੜੇ ਆ ਉਹ 2 ਟ੍ਰਿਲੀਅਨ ਜਿਹੜੀ ਐਕਸਟਰਾ ਸੇਵਿੰਗ ਸੀ ਉਹਦੇ ਵਿੱਚ ਡਾਊਨ ਹੋਏ ਆ। 2 ਟ੍ਰਿਲੀਅਨ ਜਿਹੜਾ ਆ ਉਹ ਡਾਊਨ ਗਏ ਆ ਇਸ ਸਾਰੇ ਕੁਛ ਦੇ ਵਿੱਚ। ਤੇ ਹੁਣ ਜਦੋਂ ਜਿਹੜੀ ਕੀਮਤਾਂ ਅਸਮਾਨ ਨੂੰ ਛੋ ਰਹੀਆਂ ਤਾਂ ਇਸ ਵੇਲੇ ਸਮੱਸਿਆ ਉਹਨਾਂ ਦੇ ਕੋਲ ਇਹ ਆ ਰਹੀ ਹੈ। ਸੋ ਜਿਹੜਾ ਕੈਸ਼ ਜਿਹੜਾ ਉਹਨਾਂ ਕੋਲੇ ਕੁਸ਼ਨ ਸੀਗਾ ਉਹ ਸ਼ਰਿੰਕ ਕਰ ਰਿਹਾ ਆ ਤੇ ਲੋਕ ਜ਼ਿਆਦਾ ਡਿਪੈਂਡੈਂਟ ਹੋ ਰਹੇ ਆ ਪੇ ਚੈੱਕ ਤੋਂ ਪੇ ਚੈੱਕ ਦੇ ਉੱਤੇ ਆਪਣਾ ਸਟੈਂਡਰਡ ਆਫ ਲਿਵਿੰਗ ਨੂੰ ਮੇਨਟੇਨ ਕਰਨ ਦੇ ਲਈ। ਜਿਹੜੇ ਮਤਲਬ ਇਹਦੇ ਨਾਲ ਹੋਊਗਾ ਕੀ, ਫਿਰ ਲੋਕ ਕ੍ਰੈਡਿਟ ਕਾਰਡ ਵੱਧ ਵਰਤਣਗੇ। 2 ਹੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਇੱਕ ਟਰਾਂਸ ਯੂਨੀਅਨ ਤੇ ਦੂਜੀ ਆਪਣੇ ਜਿਹੜੀ ਹੈਗੀ ਆ ਟਰਾਂਸ ਯੂਨੀਅਨ ਤੇ ਇਕੁਇਫੈਕਸ, ਇਹ ਦੋਵੇਂ ਮੋਨੀਟਰ ਕਰਦੀਆਂ ਕ੍ਰੈਡਿਟ ਨੂੰ ਤੇ ਇਹਨਾਂ ਦੀਆਂ ਰਿਪੋਰਟਸ ਵੀ ਇਹ ਦੱਸਦੀਆਂ ਕਿ ਲੋਕਾਂ ਦੇ ਕੋਲ ਹੁਣ ਕ੍ਰੈਡਿਟ ਕਾਰਡ ਜਿਹੜਾ ਜਾਂ ਤਾਂ ਮਿਨੀਮਮ ਪੇਮੈਂਟ ਦੇ ਉੱਤੇ ਆ ਗਿਆ ਜਾਂ ਲੋਕਾਂ ਕੋਲ ਉਹਨਾਂ ਮੁੜ ਨਹੀਂ ਰਿਹਾ। ਸਮੱਸਿਆ ਜ਼ਿਆਦਾ ਮਹਿੰਗਾਈ ਦੀ ਪੈਦਾ ਇਸ ਵੇਲੇ ਹੋ ਗਈ ਆ। ਤੇ ਦੂਜਾ ਇਹ ਵੀ ਦੱਸਦੇ ਆ ਜਿਹੜੇ ਅਰਥ ਸ਼ਾਸਤਰੀ ਨੇ ਉਹ ਇਸ ਗੱਲ ਦੇ ਉੱਤੇ ਡਿਵਾਈਡਡ ਨੇ ਤੇ ਚਿੰਤਤ ਵੀ ਨੇ। ਕੁਛ ਇਹ ਕਹਿੰਦੇ ਆ ਕਿ ਸਟ੍ਰੇਨ ਜਿਹੜੀ ਆ ਇੱਕ ਹੋਰ ਹਰਡਲ ਆ, ਜਿਵੇਂ ਸਟੂਡੈਂਟ ਲੋਨ ਪੇਮੈਂਟ ਸੀਗੀ ਅਕਤੂਬਰ ਦੇ ਵਿੱਚ ਤੇ ਕਈ ਮਿਲੀਅਨ ਬੋਰੋਵਰ ਜਿਹੜੇ ਸੀਗੇ ਉਹਦੇ ਉੱਤੇ ਡਿਪੈਂਡ ਕਰਦੇ ਸੀਗੇ, ਉਹ ਨਹੀਂ ਗੱਲਬਾਤ ਬਣੀ। ਕੁਛ ਜਿਹੜੇ ਮਹਿੰਗਾ ਕ੍ਰੈਡਿਟ ਆ ਉਹਨੂੰ ਜ਼ਿੰਮੇਵਾਰ ਦੱਸ ਰਹੇ ਆ। ਇਹ ਸਾਰੇ ਕੁਛ ਨੂੰ ਕਿਤੇ ਨਾ ਕਿਤੇ ਜਿਹੜੀਆਂ ਦੋਵੇਂ ਜਿਹੜੀ ਸਮੱਸਿਆ ਆ ਇਹ ਓਵਰਆਲ ਅਮਰੀਕਾ ਦੇ ਵਿੱਚ ਜਿਹੜੀ ਦੇਖਣ ਨੂੰ ਮਿਲ ਰਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਹੱਲ ਹੁੰਦਾ ਪਤਾ ਨਹੀਂ, ਪਰ ਹਜੇ ਜਿੰਨਾ ਚਿਰ ਮਹਿੰਗਾਈ ਠੀਕ ਨਹੀਂ ਹੁੰਦੀ, ਜਦੋਂ ਤੱਕ ਜਿਹੜਾ ਇਹ ਕੰਜ਼ਿਊਮਰ ਪ੍ਰਾਈਸ ਇੰਡੈਕਸ ਠੀਕ ਨਹੀਂ ਹੁੰਦਾ, ਉਹਨਾਂ ਚਿਰ ਇੰਟਰਸਟ ਰੇਟ ਵਧਣੋਂ ਨਹੀਂ ਹਟਣੇ। ਜਿੰਨਾ ਚਿਰ ਇੰਟਰਸਟ ਰੇਟ ਵਧਣੋਂ ਨਹੀਂ ਹਟਣੇ ਉਹਨਾਂ ਚਿਰ ਲੋਕਾਂ ਦਾ ਜੀਵਨ ਸੌਖਾ ਨਹੀਂ ਹੋਣਾ। ਜਿਹੜੀ ਬੋਰੋਇੰਗ ਆ ਉਹ ਮਹਿੰਗੀ ਹੋਣੀ ਆ ਤੇ ਲੋਕ ਇੱਕ ਤਰ੍ਹਾਂ ਇੱਕ ਕਰਜ਼ੇ ਚੋਂ ਨਿਕਲ ਕੇ ਦੂਜੇ ਕਰਜ਼ੇ ਦੇ ਵਿੱਚ ਫਸ ਰਹੇ ਆ ਤੇ ਇਸ ਚੀਜ਼ ਨੇ ਇੱਕ ਵੱਡੀ ਚਿੰਤਾ ਅਮਰੀਕਾ ਦੇ ਵਿੱਚ ਜਿਹੜੀ ਇਸ ਵੇਲੇ ਪੈਦਾ ਕੀਤੀ ਹੈ। ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।